होए कृपाल, ਜਿਹਦੇ ਤੇ ਵਾਹਿਗੁਰੂ ਜੀ ਕਿਰਪਾਲੂ ਹੋਣ, ਜਿਹਦੇ ਤੇ ਸਤਿਗੁਰੂ ਜੀ ਕਿਰਪਾ ਕਰਨ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਬੂਝੈ ਮਤਲਬ ਬੁੱਝਦਾ, ਉਹੀ ਬੁੱਝਦਾ, ਉਹਨੂੰ ਹੀ ਸਮਝ ਆਉਂਦੀ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ। ਉਹਦੀ ਫਿਰ ਰੀਤੀ ਨਿਰਮਲ ਹੋ ਜਾਂਦੀ ਆ, ਉਹਦਾ ਵੇ ਆਫ ਲਾਈਫ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਉਸ ਰੱਬ ਦੇ ਪਿਆਰੇ ਦਾ ਵਧੀਆ ਹੋ ਜਾਂਦਾ। ਜਿਹਨੂੰ ਸਮਝ ਆ ਜੇ ਵੀ ਇੱਥੇ ਤਾਂ ਮੇਰਾ ਕੋਈ ਵੀ ਨਹੀਂ ਆ, ਉਹ ਸਿਰਫ ਆਪਣਾ ਨਿਸ਼ਾਨਾ ਵੇਖਦਾ ਫਿਰ ਵੀ ਮੇਰਾ ਨਿਸ਼ਾਨਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਇੱਕ ਮਿਕ ਹੋਣਾ ਹੈ। ਸੁਥਰੇ ਸ਼ਾਹ ਜੀ ਦੀਆਂ ਸਾਖੀਆਂ ਆਪ ਸੰਗਤਾਂ ਸਰਵਣ ਕਰਦੇ ਆ ਰਹੇ ਹੋ, 2 ਸੁਣੀਆਂ ਨੇ ਤੁਸੀਂ ਪਹਿਲਾਂ। ਲਓ ਅੱਜ ਆਪਾਂ ਤੀਸਰੀ ਸਾਖੀ ਪੜ੍ਹੀਏ, ਵਿਚਾਰੀਏ। ਇੱਕ ਵਾਰੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਅਕਾਲ ਬੁੰਗੇ ਵਿੱਚ, ਜਿਹਨੂੰ ਅਸੀਂ ਅੱਜ ਕੱਲ੍ਹ ਅਕਾਲ ਤਖਤ ਸਾਹਿਬ ਕਹਿੰਦੇ ਹਾਂ ਨਾ, ਸ਼੍ਰੀ ਅਕਾਲ ਬੁੰਗੇ ਵਿੱਚ ਆਪਣੇ ਸਿੰਘਾਸਨ ਉੱਤੇ ਬਿਰਾਜਮਾਨ ਸਨ ਅਤੇ ਸਿਰਜਣਹਾਰ ਕਰਤਾਰ ਦੇ ਰੰਗ ਵਿੱਚ ਮਸਤ ਬੈਠੇ ਸਨ। ਇੰਨੇ ਚਿਰ ਵਿੱਚ ਸੁਥਰਾ ਸ਼ਾਹ ਆਇਆ ਅਤੇ ਇੱਕ ਸੰਨਿਆਸੀ ਮਹਾਤਮਾ ਨੂੰ ਨਾਲ ਲੈ ਕੇ ਆਇਆ। ਸੰਨਿਆਸੀ ਮਹਾਤਮਾ ਕਿਹਨੂੰ ਕਹਿੰਦੇ? ਜਿਹਨੇ ਸਭ ਕੁਝ ਹੀ ਛੱਡਿਆ ਹੋਵੇ, ਜਿਹਨੇ ਨਾ ਵਿਆਹ ਕਰਾਇਆ ਹੋਵੇ, ਜਾਂ ਕਹਿ ਲਓ ਜਿਹਦਾ ਵਿਆਹ ਹੋਇਆ ਹੀ ਨਾ ਹੋਵੇ। ਸਾਨੂੰ ਕੱਲ੍ਹ ਅਸੀਂ ਗਏ ਸਾਂ, ਮੈਂ ਅਤੇ ਭਾਈ ਗੁਰਮੇਜ ਸਿੰਘ ਟਾਹਲੀ ਸਾਹਿਬ ਗਏ ਸਾਂ ਉੱਥੇ ਸਰੂਪਾਂ ਦੇ ਦਰਸ਼ਨ ਕਰਨ ਵਾਸਤੇ, ਵੀ ਤੁਹਾਡੇ ਗੁਰਦੁਆਰਾ ਸਾਹਿਬ ਕਿੰਨੇ ਮਹਾਰਾਜ ਦੇ ਸਰੂਪ ਨੇ। ਉਹ ਸਾਰਾ ਉਹਨਾਂ ਦੀ ਡਿਊਟੀ ਇਸ ਤਰ੍ਹਾਂ ਵੇਖਣ ਆਲੇ ਦੁਆਲੇ ਸਾਰੇ ਇਲਾਕੇ, ਸਾਰੇ ਨਵਾਂ ਸ਼ਹਿਰ ਦੇ ਪਿੰਡਾਂ ਵਿੱਚ ਉੱਥੇ ਗਏ ਸਾਂ। ਸਾਨੂੰ ਉੱਥੇ ਵੀ ਇੱਕ ਇਸ ਤਰ੍ਹਾਂ ਸੰਨਿਆਸੀ ਬਾਬਾ ਮਿਲਿਆ ਸੀ, ਅਤੇ ਉਹ ਭਗਵੇਂ ਰੰਗ ਦੇ ਕੱਪੜੇ ਪਾਏ, ਅਤੇ ਅਸੀਂ ਪੁੱਛਿਆ ਜੀ ਕਿੱਥੋਂ ਆਏ ਹੋ? ਕਹਿੰਦੇ ਜੀ ਅਸੀਂ ਉੱਤਰਾਖੰਡ ਤੋਂ ਆਏ ਹਾਂ, ਅਤੇ ਅਸੀਂ ਵੀ ਨਾ ਸਾਡਾ ਕੋਈ ਬੀਵੀ ਬੱਚਾ ਕੋਈ ਨਹੀਂ, ਬਸ ਮੈਂ ਇਕੱਲਾ ਹੀ ਹਾਂ, ਅਤੇ ਜਿੱਧਰ ਜੀ ਕਰਦਾ ਇਸ ਤਰ੍ਹਾਂ ਹੀ ਮੈਂ ਗੁਰਦੁਆਰਿਆਂ ਦੇ ਵਿੱਚ ਤੁਰਿਆ ਫਿਰਦਾ ਹਾਂ। ਰਹੋ ਵਿਚਾਰ। ਸੰਨਿਆਸੀ ਦਾ ਮਤਲਬ ਜਿਹਨੇ ਸੰਨਿਆਸ ਲੈ ਲਿਆ ਹੋਵੇ, ਜਿਹਦਾ ਜਾਂ ਤਾਂ ਟੱਬਰ ਹੋਵੇ ਹੀ ਨਾ, ਅਤੇ ਜਾਂ ਉਹਨੇ ਟੱਬਰ ਵਸਾਇਆ ਹੀ ਨਾ ਹੋਵੇ। ਇਹ ਦੋਵੇਂ ਕਾਰਨ ਹੋ ਸਕਦੇ। ਸੰਨਿਆਸ ਇਸ ਤਰ੍ਹਾਂ ਦਾ ਇੱਕ ਸੰਨਿਆਸੀ ਸੁਥਰਾ ਸ਼ਾਹ ਆਇਆ ਅਤੇ ਇੱਕ ਸੰਨਿਆਸੀ ਮਹਾਤਮਾ ਨੂੰ ਨਾਲ ਲੈ ਕੇ ਆਇਆ, ਜਿਹੜਾ ਸਤਿਗੁਰਾਂ ਦੀ ਉਪਮਾ ਸੁਣ ਕੇ ਦਰਸ਼ਨਾਂ ਲਈ ਇੱਧਰ ਆ ਨਿਕਲਿਆ ਸੀ। ਉਹਦੇ ਕੰਨੀ ਗੁਰੂ ਹਰਗੋਬਿੰਦ ਸਾਹਿਬ ਦੀ ਖਬਰ ਪਈ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀ ਅੰਮ੍ਰਿਤਸਰ ਸਾਹਿਬ ਵਿੱਚ ਉਹਨੇ ਵਡਿਆਈ ਉਪਮਾ ਸੁਣੀ ਸੀ। ਉਹ ਇੱਧਰ ਨੂੰ ਆ ਗਿਆ ਸੀ, ਸੁਥਰੇ ਸ਼ਾਹ ਨੂੰ ਕਿਤੇ ਮਿਲਿਆ। ਸੁਥਰਾ ਸ਼ਾਹ ਕਹਿਣ ਲੱਗਾ ਚੱਲ ਤੈਨੂੰ ਮੈਂ ਦਰਸ਼ਨ ਕਰਵਾ ਲਿਆਉਣਾ। ਇੱਕ ਸੰਨਿਆਸੀ ਇਸ ਸੰਨਿਆਸੀ ਮਹਾਤਮਾ ਨੂੰ ਆਪਣੇ ਭੇਖ ਅਤੇ ਸੰਨਿਆਸੀ ਹੋਣ ਦਾ ਬੜਾ ਮਾਣ ਸੀ। ਇਸੇ ਗੱਲ ਦਾ ਹੀ ਮਾਣ ਆ ਵੀ ਮੈਂ ਸੰਨਿਆਸੀਆਂ ਵਾਲਾ ਭੇਖ ਧਾਰਨ ਕੀਤਾ, ਮੈਂ ਭਗਵੇਂ ਰੰਗ ਦੇ ਕੱਪੜੇ ਪਾਏ ਨੇ, ਮੇਰਾ ਦੁਨੀਆ ਵਿੱਚ ਕੋਈ ਨਹੀਂ ਆ। ਇਸ ਗੱਲ ਦੇ ਉੱਤੇ ਮਾਣ ਕਰੀ ਜਾਣਾ, ਇਸ ਗੱਲ ਦੇ ਉੱਤੇ ਹੰਕਾਰ ਕਰੀ ਜਾਣਾ ਵੀ ਭਲਿਆ ਜੇ ਤੂੰ ਆਪਣੇ ਸਰੀਰ 'ਤੇ ਸੰਨਿਆਸੀਆਂ ਵਾਲੇ ਕੱਪੜੇ ਪਾ ਲਏ ਨੇ ਅਤੇ ਇਹਦੇ 'ਚ ਕਿਹੜਾ ਵੱਡੀ ਗੱਲ, ਤੇ ਕੋਈ ਵੀ ਪਾ ਸਕਦਾ। ਇਹਦੇ ਵਿੱਚ ਤੂੰ ਲੋਕਾਂ ਦੇ ਉੱਤੇ ਕੀ ਪਰਉਪਕਾਰ ਕਰ ਦਿੱਤਾ ਵਾ, ਇਹਦੇ ਨਾਲ ਤੂੰ ਲੋਕਾਂ ਦਾ ਕੀ ਸਵਾਰ ਦਿੱਤਾ। ਜੇ ਤੇਰਾ ਟੱਬਰ ਨਹੀਂ ਆ, ਘਰ ਪਰਿਵਾਰ ਬੀਵੀ ਬੱਚੇ ਧੀਆਂ ਪੁੱਤਰ ਨਹੀਂ ਤੇਰਾ ਕੁਛ ਵੀ, ਅਤੇ ਫਿਰ ਅਸੀਂ ਕੀ ਕਰੀਏ? ਇਹਦੇ ਵਿੱਚ ਸਾਨੂੰ ਕੀ ਲਾਭ ਆ, ਆਮ ਲੋਕਾਂ ਨੂੰ ਕੀ ਲਾਭ ਆ? ਤੂੰ ਐਵੇਂ ਸਾਡੇ ਸਿਰ ਦੇ ਉੱਤੇ ਚੜ੍ਹਿਆ ਜੀ ਮੈਂ ਸੰਨਿਆਸੀ ਜੀ, ਇਹ ਬਾਬਾ ਜੀ, ਇਹਨਾਂ ਦਾ ਜੀ ਟੱਬਰ ਹੀ ਕੋਈ ਨਹੀਂ ਜੀ। ਇਹ ਕੀ ਗੱਲਾਂ ਹੋਈਆਂ? ਇਹਦੇ 'ਚ ਕੀ ਬਹਾਦਰੀ ਵਾਲੀ ਗੱਲ ਆ? ਪਰ ਉਹਨੂੰ ਮਾਣ ਸੀ, ਇਸ ਸੰਨਿਆਸੀ ਨੂੰ ਹੰਕਾਰ ਸੀ। ਇੱਕ ਤਾਂ ਮੈਂ ਸੰਨਿਆਸ ਧਾਰਿਆ ਹੋਇਆ ਵਾ, ਅਤੇ ਦੂਸਰਾ ਮੈਂ ਭੇਖ ਧਾਰਿਆ ਵਾ। ਸੁਥਰਾ ਉਸ ਦੀ ਗੱਲਬਾਤ ਤੋਂ ਹੀ ਸਭ ਕੁਝ ਤਾੜ ਗਿਆ ਸੀ। ਸੁਥਰੇ ਨੇ ਸਾਰਾ ਹਿਸਾਬ ਕਿਤਾਬ ਲਾ ਲਿਆ ਸੀ ਵੀ ਇਹ ਬਾਹਰੋਂ ਕਿੱਦਾਂ ਦਾ ਅਤੇ ਅੰਦਰੋਂ ਕਿਵੇਂ ਦਾ। ਇਹ ਗੱਲਾਂ ਬਾਤਾਂ ਤੋਂ ਪਤਾ ਚੱਲ ਜਾਂਦਾ। ਸੁਥਰੇ ਨੇ ਆਉਂਦਿਆਂ ਹੀ ਆਪਣੇ ਪਾਤਸ਼ਾਹ ਸਤਿਗੁਰੂ ਦੇ ਚਰਨੀ ਸੀਸ ਨਿਵਾਇਆ। ਸਤਿਗੁਰਾਂ ਦੀ ਬਿਰਤੀ ਉਖੜ ਗਈ ਅਤੇ ਫਰਮਾਇਆ ਸੁਥਰਿਆ ਇਹ ਕਿਹੜੇ ਵੇਲੇ ਆ ਫੇਰਾ ਪਾਇਆ ਈ?
ਕੋਈ ਵੇਲਾ ਕੁਵੇਲਾ ਤੇ ਦੇਖ ਲਿਆ ਕਰ, ਕੋਈ ਟਾਈਮ ਤੇ ਵੇਖਿਆ ਕਰ। ਵੈਸੇ ਸਾਨੂੰ ਵੀ ਇਹੋ ਕੋਸ਼ਿਸ਼ ਕਰਨੀ ਚਾਹੀਦੀ ਵੀ ਲੱਗਦੀ ਵਾਹ ਗੁਰਦੁਆਰਾ ਸਾਹਿਬ ਵਿਖੇ ਉਦੋਂ ਹੀ ਆਉਣਾ ਚਾਹੀਦਾ ਵਾ ਜਦੋਂ ਕੋਈ ਕਥਾ ਕੋਈ ਪਾਠ ਹੁੰਦਾ ਹੋਵੇ। ਜਦੋਂ ਕੁਝ ਵੀ ਨਾ ਹੁੰਦਾ ਹੋਵੇ ਉਦੋਂ ਸਾਨੂੰ ਬਹੁਤਾ ਲਾਭ ਨਹੀਂ ਮਿਲਦਾ। ਸਾਡੇ ਕੰਨੀ ਕੋਈ ਨਾ ਕੋਈ ਗੁਰੂ ਦੀ ਬਾਣੀ, ਕੋਈ ਨਾ ਕੋਈ ਗੁਰੂ ਸਾਹਿਬ ਜੀ ਦੀ ਕਥਾ ਜ਼ਰੂਰ ਪੈਣੀ ਚਾਹੀਦੀ, ਉਹਦੇ ਨਾਲ ਸਾਨੂੰ ਜ਼ਿਆਦਾ ਲਾਭ ਹੁੰਦਾ ਜਦੋਂ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਵੇ। ਵੈਸੇ ਵੀ ਆਪਾਂ ਇੱਥੇ 10 ਕੁ ਵਜੇ ਤੱਕ ਤੇ ਵੈਸੇ ਹੀ ਕਥਾ ਰਿਪੀਟਡ ਜਿਹੜੀ ਪੁਰਾਣੀ ਉਹ ਆਪਾਂ ਪਲੇਅ ਕਰ ਛੱਡਨੇ ਆ। ਉਦੋਂ ਵੀ ਤੁਸੀਂ ਆਣ ਕੇ ਕੁਝ ਨਾ ਕੁਝ ਸੁਣ ਸਕਦੇ ਹੋ। ਕੋਸ਼ਿਸ਼ ਉਦੋਂ ਕਰਨੀ ਚਾਹੀਦੀ ਹੈ ਜਦੋਂ ਦੀਵਾਨ ਸਜਿਆ ਹੋਵੇ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਕਥਾ ਵਿਚਾਰ ਹੋ ਰਹੀ ਹੋਵੇ। ਗੁਰੂ ਹਰਗੋਬਿੰਦ ਸਾਹਿਬ ਨੇ ਪੁੱਛਿਆ, ਸੁਥਰਿਆ ਇਹ ਕਿਹੜੇ ਵੇਲੇ ਆ ਫੇਰਾ ਪਾਇਆ, ਇਹ ਕੋਈ ਵੇਲਾ ਕਵੇਲਾ ਤੇ ਦੇਖ ਲਿਆ ਕਰ। ਮੇਰੇ ਪਾਤਸ਼ਾਹਾਂ ਦੇ ਪਾਤਸ਼ਾਹ ਇਹ ਮਹਾਤਮਾ ਜੀ ਆਏ ਸਨ ਅਤੇ ਆਪ ਦੇ ਦਰਸ਼ਨਾਂ ਦੇ ਚਾਹਵਾਨ ਸਨ। ਆਪ ਹਰ ਇੱਕ ਦੀ ਅਭਿਲਾਖਾ ਪੂਰੀ ਕਰਦੇ ਹੋ, ਰਤਾ ਇਹਨਾਂ ਉੱਤੇ ਵੀ ਮਿਹਰ ਕਰੋ। ਸੁਥਰੇ ਨੇ ਬੜੀ ਨਿਮਰਤਾ ਨਾਲ ਇਹ ਬਚਨ ਕਹੇ, ਹਮ ਕੁਛ ਮਾਂਗਨੇ ਨਹੀਂ ਆਏ हैं, हम तो केवल उपमा सुनकर दर्शन की लालसा से आए हैं। उस सन्यासी महात्मा ने कहा, उन्हें कहा भी मैं नहीं तुहाडे कोलों मैं मंगण नहीं आया कुछ भी, मैं तो इदां ही उपमा सुन ली तुहाडी वडियाई ते तां करके मैं दर्शन करन वास्ते आ गया। सतगुरां ने उस महात्मा नूं सत्कार दिता ते बैठण वास्ते कहा भी महात्मा जी जी आया न। ਉਹ ਮਹਾਤਮਾ ਸਤਿਗੁਰਾਂ ਦੇ ਸਾਹਮਣੇ ਉਹਨਾਂ ਦੇ ਸਿੰਘਾਸਨ ਉੱਤੇ ਹੀ ਬੈਠ ਗਿਆ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸੀ ਉਹ ਮਹਾਤਮਾ ਉਹਨਾਂ ਦੇ ਬਰਾਬਰ ਹੀ ਉੱਥੇ ਹੀ ਬਹਿ ਗਿਆ, ਮਹਾਰਾਜ ਦੇ ਸਿੰਘਾਸਨ 'ਤੇ ਹੀ। ਇਹ ਦੇਖ ਕੇ ਸੁਥਰੇ ਨੂੰ ਬੜਾ ਗੁੱਸਾ ਲੱਗਾ ਕਿ ਇੱਕ ਭੇਖ ਧਾਰੀ ਪਾਖੰਡੀ ਮੇਰੇ ਸ਼ਹਿਨਸ਼ਾਹ ਦੇ ਦਰਬਾਰ ਦੇ ਬਰਾਬਰ ਬੈਠ ਗਿਆ। ਪਰ ਘਰ ਆਏ ਦਾ ਆਦਰ ਕਰਨਾ ਜ਼ਰੂਰੀ ਸੀ, ਇਸ ਲਈ ਇਹ ਚੁੱਪ ਰਿਹਾ ਅਤੇ ਚੌਰ ਫੜ ਕੇ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਿੱਛੇ ਖਲੋ ਕੇ ਚੌਰ ਕਰਨ ਲੱਗ ਪਿਆ। ਹੁਣ ਉਸ ਸੰਨਿਆਸੀ ਮਹਾਤਮਾ ਦਾ ਮੂੰਹ ਅਤੇ ਸਤਿਗੁਰਾਂ ਦੀ ਪਿੱਠ ਉਸ ਸੁਥਰੇ ਵੱਲ ਸੀ ਵੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸੀ, ਇੱਧਰਲੇ ਪਾਸੇ ਆਣ ਕੇ ਉਹ ਸੰਨਿਆਸੀ ਬਹਿ ਗਿਆ ਗੁਰੂ ਸਾਹਿਬ ਵੱਲ ਮੂੰਹ ਕਰਕੇ, ਅਤੇ ਪਿਛਲੇ ਪਾਸੇ ਖਲੋ ਕੇ ਸੁਥਰਾ ਚੌਰ ਸਭ ਕਰਨ ਲੱਗ ਪਿਆ। ਸਤਿਗੁਰਾਂ ਦੀ ਪਿੱਠ ਅਤੇ ਸੰਨਿਆਸੀ ਦਾ ਮੂੰਹ ਭਾਈ ਸੁਥਰੇ ਵੱਲ ਸੀ। ਸਤਿਗੁਰਾਂ ਨੇ ਮਹਾਤਮਾ ਨੂੰ ਬੜੇ ਪਿਆਰ ਨਾਲ ਪੁੱਛਿਆ, महाराज आपका पवित्र नाम क्या है। सतगुਰਾਂ ने पूछा बड़े प्यार नाल। महाराज उन्होंने सन्यासी नूं कहा, महाराज आपका पवित्र नाम क्या है, कोई सेवा हमारे लायक हो तो हुक्म करें। सन्यासी ने बड़े मान नाल कहा, हम तो त्यागी हैं, हम उत्तराखंड से आए हैं, आप दी महिमा श्रवण की थी तो आपके दर्शन करने के लिए यहाँ आ गए। हमें लोग शांत स्वरूप बालखंडी महात्मा कहते हैं। सन्यासी ने दसा भी ये आ मेरा नाम, की नाम है मेरा, मेरा नाम है शांत स्वरूप बालखंडी महात्मा। ਜਦੋਂ ਸੁਥਰੇ ਨੇ ਇਹ ਬਚਨ ਸੁਣੇ ਉਸ ਨੂੰ ਮਹਾਤਮਾ ਦੇ ਇਹਨਾਂ ਸ਼ਬਦਾਂ ਵਿੱਚ ਕੁਛ ਹਉਮੈ ਨਜ਼ਰ ਆਈ, ਕੁਛ ਹਉਮੈ ਨਜ਼ਰ ਆਈ ਸੁਥਰੇ ਨੂੰ। ਉਸਨੇ ਸਾਹਮਣੇ ਪਾਸੇ ਬੈਠੇ ਮਹਾਤਮਾ ਦੀਆਂ ਅੱਖਾਂ ਨਾਲ ਅੱਖਾਂ ਮੇਲੀਆਂ। ਤੋ ਇੱਥੇ ਮੈਂ ਫਿਰ ਜ਼ਿਕਰ ਕਰਾਂ ਵੀ ਕਈਆਂ ਦੀ ਗੱਲਬਾਤ ਤੋਂ ਹੀ ਪਤਾ ਚੱਲ ਜਾਂਦਾ ਵੀ ਇਹ ਬੰਦਾ ਕਿੱਥੋਂ ਬੋਲਦਾ।
ਅਸੀਂ 2 ਸਿੰਘ ਸੀ ਉੱਥੇ ਸੈਕਟਰ 44 'ਚ, ਅਤੇ ਸਾਡੇ ਮਨ 'ਚ ਖਿਆਲ ਆਇਆ ਵੀ ਸੁਣਿਆ ਫਲਾਣੇ ਗੁਰਦੁਆਰਾ ਸਾਹਿਬ ਵਿਖੇ ਨਵੇਂ ਕੋਈ ਕਥਾ ਕਰਨ ਵਾਲੇ ਗੁਰਮੁਖ ਪਿਆਰੇ ਆਏ ਨੇ। ਮੈਂ ਕਿਹਾ ਚਲੋ ਆਪਾਂ ਉਹਨਾਂ ਦੇ ਦਰਸ਼ਨ ਕਰ ਆਈਏ, ਉਹਨਾਂ ਨੂੰ ਮਿਲ ਆਈਏ ਵੀ ਉਹਨਾਂ ਦੇ ਕੋਲੋਂ ਕੋਈ ਗਿਆਨ ਦੀ ਗੱਲ ਪਤਾ ਚੱਲੇਗੀ, ਵਿਦਵਾਨ ਕਥਾਵਾਚਕ ਨੇ। ਅਸੀਂ ਚਲੇ ਗਏ ਅਤੇ ਜਾ ਕੇ ਫਤਿਹ ਬੁਲਾਈ। ਚਲੋ ਜੀ ਗੱਲਾਂ ਬਾਤਾਂ ਵਿੱਚ ਉਹ ਬੰਦਾ ਜਿਉਂ ਆਪਣੀ ਉਪਮਾ ਕਰਨ ਲੱਗਾ। ਵੇਖੋ ਜੀ, ਮੈਂ ਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੈੱਡ ਗ੍ਰੰਥੀ ਹਾਂ, ਮੈਂ ਕੁਛ ਨਹੀਂ ਕਰਦਾ। ਇਹ ਜਿੰਨੇ ਵੀ 4-5 ਗ੍ਰੰਥੀ ਸਿੰਘ ਨੇ ਇਹ ਮੇਰੇ ਅਨੁਸਾਰ ਚੱਲਦੇ। ਮੈਂ ਡਿਊਟੀਆਂ ਲਾ ਦਿੰਦਾ ਇਹਨਾਂ ਦੀਆਂ, ਫਲਾਨਿਆਂ ਤੇਰੀ ਡਿਊਟੀ ਗੁਰਦੁਆਰੇ 'ਚ ਇੰਨੇ ਤੋਂ ਇੰਨੇ, ਇੰਨੇ ਤੋਂ ਇੰਨੇ। ਮੈਂ ਬਸ ਅਖਬਾਰ ਪੜ੍ਹ ਲੈਂਦਾ ਜਾਂ ਮੈਂ ਸਵੇਰ ਸ਼ਾਮ ਕਥਾ ਕਰ ਦਿੰਦਾ। ਇਸ ਤੋਂ ਬਿਨਾਂ ਮੇਰਾ ਕੋਈ ਕੰਮ ਨਹੀਂ। ਅਸੀਂ ਹੈਰਾਨ ਵੀ ਅਸੀਂ ਤਾਂ ਪੁੱਛਿਆ ਨਹੀਂ ਵੀ ਭਲਿਆ ਤੂੰ ਕੀ ਡਿਊਟੀ ਕਰਦਾ ਕਿੱਦਾਂ। ਅਸੀਂ ਤਾਂ ਵੈਸੇ ਹੀ ਦਰਸ਼ਨ ਕਰਨ ਆਏ ਹਾਂ ਵੀ ਗੁਰਮੁਖ ਪਿਆਰੇ ਆ। ਅਤੇ ਉਹ ਬਸ ਆਪ ਜਿਉਂ ਉਹਨੂੰ ਅਸੀਂ ਛੇੜ ਬੈਠੇ ਹੋ ਆਪਣੀਆਂ ਵਡਿਆਈਆਂ। ਕਹਿੰਦਾ ਇਹ ਸਰੂਪ ਤਾਂ ਵੈਸੇ ਹੀ ਆ ਮੇਰਾ, ਮੈਂ ਲੋਕਲ ਤਾਂ ਕਰਕੇ ਮੈਂ ਇਹ ਤਾਂ ਪਰਨਾ ਬੰਨਿਆ ਅਤੇ ਇੱਦਾਂ ਸਿੰਪਲ ਕੱਪੜੇ ਪਾਏ ਆ। ਵੈਸੇ ਜਿਹੜਾ ਮੇਰਾ ਅਸਲ ਸਰੂਪ ਆ ਨਾ ਉਹਦੇ ਤੁਸੀਂ ਦਰਸ਼ਨ ਕਰਨੇ ਨੇ। ਮੈਂ ਕਿਹਾ ਜੀ ਕਰਵਾ ਦਿਓ। ਉਹਨੇ ਫਿਰ ਮੋਬਾਈਲ ਦੇ ਵਿੱਚੋਂ ਆਪਣੀ ਫੋਟੋ ਕੱਢ ਕੇ ਵਿਖਾਈ। ਕਹਿੰਦਾ ਜੀ ਵੈਸੇ ਮੈਂ ਕਿਰਪਾਨ ਫੜ ਕੇ ਰੱਖਦਾ ਅਤੇ ਜਿੱਦਾਂ ਸਿੰਘ ਸਾਹਿਬ ਫੜ ਕੇ ਰੱਖਦੇ, ਕਿਉਂਕਿ ਮੈਂ ਹੈੱਡ ਗ੍ਰੰਥੀ ਜੋ ਹੈ ਇਸ ਗੁਰਦੁਆਰਾ ਸਾਹਿਬ ਦਾ, ਅਤੇ ਕਿਰਪਾਨ ਫੜ ਕੇ ਰੱਖਦਾ ਅਤੇ ਪੂਰੀ ਦਸਤਾਰ ਮੈਂ ਸਜਾ ਕੇ ਰੱਖਦਾ ਸਿੰਘ ਸਾਹਿਬਾਂ ਵਾਲੀ, ਅਤੇ ਬਹੁਤ ਚੜ੍ਹਦੀ ਕਲਾ। ਇਹ ਤਾਂ ਵੈਸੇ ਹੀ ਮੇਰਾ ਜਿਹੜਾ ਘਰੇਲੂ ਬਾਣਾ, ਕਹਿਣ ਦਾ ਭਾਵ ਵੀ ਆਪਣੀਆਂ ਵਡਿਆਈਆਂ ਆਪੇ ਹੀ ਕਰੀ ਗਿਆ। ਅਸੀਂ ਅੰਦਾਜ਼ਾ ਲਾ ਲਿਆ ਵੀ ਬਸ ਵਿਚਾਰਾ ਫੋਕਾ ਹੀ ਗਏ, ਬਸ ਫੂੰ ਫਾਈਆਂ ਆਪਣੀ ਸ਼ੋਭਾ ਕਰੀ ਜਾਂਦਾ ਅਤੇ ਪੱਲੇ ਹੈ ਨਹੀਂ ਕੁਛ। ਇਹ ਜਿਹੜਾ ਭਾਈ ਸੁਥਰਾ ਸ਼ਾਹ ਸੀ ਇਹਨੇ ਅੰਦਾਜ਼ਾ ਲਾ ਲਿਆ ਵੀ ਇਹ ਜਿਹੜਾ ਮਹਾਤਮਾ ਵਾ ਨਾ ਬਸ ਇਹਦੇ ਕੋਲ ਨਾਮ ਹੀ ਨਾਮ ਆ। ਇਹਨੇ ਆਪਣਾ ਨਾਮ ਹੀ ਵੱਡਾ ਰੱਖ ਲਿਆ ਵਾ। ਕਹਿਣ ਲੱਗਾ ਗੁਰੂ ਹਰਗੋਬਿੰਦ ਸਾਹਿਬ ਨੂੰ, ਹਮੇ ਲੋਗ ਸ਼ਾਂਤ ਸਰੂਪ ਬਲਖੰਡੀ ਮਹਾਤਮਾ ਕਹਤੇ ਹੈ। ਸ਼ਾਂਤ ਸਰੂਪ ਦਾ ਮਤਲਬ ਹੁੰਦਾ ਜਿਹੜਾ ਸ਼ਾਂਤ ਰਹਿੰਦਾ ਹੋਵੇ। ਬਲਖੰਡੀ ਦਾ ਮਤਲਬ ਹੁੰਦਾ ਦੂਸਰਿਆਂ ਦੇ ਬਲ ਨੂੰ ਵੀ ਖੰਡਨ ਕਰ ਦੇਣ ਵਾਲਾ, ਜਿਹੜਾ ਸਭ ਤੋਂ ਤਾਕਤਵਰ ਹੋਵੇ। ਭਾਵੇਂ ਗਿਆਨ ਦੇ ਵਿੱਚ ਕਹਿ ਲਓ ਅਤੇ ਮਹਾਤਮਾ ਹਾਂ ਮੈਂ। ਜਦੋਂ ਸੁਥਰੇ ਨੇ ਇਹ ਬਚਨ ਸੁਣੇ, ਉਸ ਨੂੰ ਮਹਾਤਮਾ ਦੇ ਇਹਨਾਂ ਸ਼ਬਦਾਂ ਵਿੱਚ ਕੁਛ ਹਉਮੈ ਨਜ਼ਰ ਆਈ। ਉਸ ਨੇ ਸਾਹਮਣੇ ਪਾਸੇ ਬੈਠੇ ਮਹਾਤਮਾ ਦੀਆਂ ਅੱਖਾਂ ਨਾਲ ਅੱਖਾਂ ਮੇਲੀਆਂ ਅਤੇ ਆਪਣਾ ਸੱਜਾ ਹੱਥ ਖੜਾ ਕਰਕੇ ਵਿਚਕਾਰਲੀ ਉਂਗਲ ਹਿਲਾਉਂਦਿਆਂ ਉਸ ਮਹਾਤਮਾ ਨੂੰ ਟਿਚਕਰ ਕੀਤੀ। ਚੌਰ ਸਾਹਿਬ ਕਰਦੇ ਕਰਦੇ ਨਹੀਂ, ਉਸ ਮਹਾਤਮਾ ਨੂੰ ਟਿਚਰ ਕਰ ਦਿੱਤੀ, ਉਹਦੇ ਵੱਲ ਉਂਗਲਾਂ ਹਿਲਾਈਆਂ ਇਸ ਤਰ੍ਹਾਂ ਤਾਂ ਕਰਕੇ। ਉਹ ਮਹਾਤਮਾ ਵਿੱਚੇ ਪੀ ਗਿਆ ਅਤੇ ਕੁਛ ਨਾ ਬੋਲਿਆ। ਉਹਨੂੰ ਪਤਾ ਤਾਂ ਚੱਲ ਗਿਆ ਵੀ ਮੇਰਾ ਮਖੌਲ ਉਡਾਉਂਦਾ ਸੁਥਰਾ, ਪਰ ਉਹਨੇ ਕਿਹਾ ਨਹੀਂ ਕੁਛ। ਸਤਿਗੁਰਾਂ ਨੇ ਕਿਹਾ, ਮਹਾਰਾਜ आपने बड़ी कृपा की है जो आप जहाँ पधारे हैं और हमें दर्शन दिए हैं। हम आपकी क्या सेवा कर सकते हैं। उस महात्मा ने अपनी चिप्पी विचों ਜਿਹੜੇ ਭਾਂਡੇ ਦੇ ਵਿੱਚੋਂ ਮੰਗਦੇ ਨੇ ਜਾਂ ਜਿਹਦੇ ਵਿੱਚ ਕੁਛ ਪਵਾ ਲੈਂਦੇ ਨੇ, ਉਹ ਕਾਲੇ ਜਿਹੇ ਰੰਗ ਦਾ ਹੁੰਦਾ, ਉਹਦੇ ਉੱਤੇ ਕੁੰਡਾ ਲੱਗਿਆ ਹੁੰਦਾ, ਉਹਨੂੰ ਚਿੱਪੀ ਕਹਿ ਦਿੰਦੇ ਆ। ਜੋਗੀਆਂ ਕੋਲ ਹੁੰਦੀ ਹੈ, ਸੰਨਿਆਸੀਆਂ ਕੋਲ। ਉਸ ਮਹਾਤਮਾ ਨੇ ਆਪਣੀ ਚਿੱਪੀ ਵਿੱਚੋਂ ਕੁਝ ਫੁੱਲ ਕੱਢੇ ਅਤੇ ਸਤਿਗੁਰਾਂ ਵੱਲ ਹੱਥ ਵਧਾ ਕੇ ਕਿਹਾ, ਯਹ ਹਮਾਰੀ ਸ਼ਰਧਾ ਕੇ ਫੂਲ ਹੈ, ਜੇ ਪ੍ਰਸ਼ਾਦ ਲੀਜੀਏ। ਆਇਆ ਮਹਾਰਾਜ ਦੇ ਦਰਸ਼ਨ ਕਰਨੇ ਆ, ਪ੍ਰਸ਼ਾਦ ਮਹਾਰਾਜ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਆਪ ਖੁਦ ਪ੍ਰਸ਼ਾਦ ਦਿੰਦਾ ਪਿਆ। ਕਹਿੰਦਾ ਜੇ ਹਮਾਰੀ ਸ਼ਰਧਾ ਕੇ ਫੂਲ ਹੈ, ਜੈ ਪ੍ਰਸ਼ਾਦ ਲੀਜੀਏ। ਮਹਾਤਮਾ ਦੇ ਮੂੰਹੋਂ ਇਹ ਬਚਨ ਸੁਣ ਕੇ ਸੁਥਰਾ ਝੱਟ ਅੱਗੇ ਵਧਿਆ ਅਤੇ ਦੋਵੇਂ ਹੱਥ ਵਧਾ ਕੇ ਫੁੱਲ ਲੈਣ ਦਾ ਯਤਨ ਕੀਤਾ। ਉਹ ਮਹਾਤਮਾ ਕਹਿਣ ਲੱਗਾ, ਜੇ ਪ੍ਰਸ਼ਾਦ ਆਪ ਕੇ लिए नहीं है, महाराज जी के लिए है। हाँ महात्मा जी, यहाँ तो प्रसाद सबके लिए होता है, पहले हम लेंगे फिर पातशाह जी के चरणों में रख देंगे। सुथरे ने किया। सुथरा कहने लगा भी ये गुरु घर है, इत्थे जी वितकरा नहीं हुंदा। इत्थे इदां नहीं भी गुरु हरगोबिंद साहिब नूं तुसीं प्रसाद दे दिओ ते मैनूं पहलां मैनूं दिओ, मैं लवांगा प्रसाद तुहाडे फुੱਲ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਰੱਖ ਦਾਂਗਾ।
अरे अरे, ये तो विष्णु महाराज जी के आश्रम का प्रसाद है, इसका सत्कार चाहिए। जे चरणों में रखे जाने वाले फूल नहीं हैं। उस सन्यासी महात्मा ने कहा, यहाँ तो विष्णु महाराज आप फूल चढ़ाने के लिए हर रोज़ आते हैं। आपने दर्शन करने हों तो रात जहाँ ठहरो, सुबह प्रातः काल जब विष्णु महाराज फूल लेकर आएं और मेरे पातशाह के चरणों में रख कर नमस्कार करें तो आप ही दर्शन कर लेना। सुथरे ने कहा, सुथरिया चल अपनी थां ते, सानू महात्मा जी नाल गल कर लैण दे। ये एडी दूरों चल के आए ने। शहनशाह सतगुरां ने फरमाया। सुथरा छाल मार के फिर अपने पातशाह दे पिछे चौर फड़ के खलोता ते महात्मा दे मूँह वल देखण लगा। हुण महात्मा भी इहदे वल देखण लगा तां सतगुरां दे पिछले पासे खड़े सुथरे ने फिर सज्जा हथ खड़ा करके दो उंगलां हिलाउंदियां होइआं महात्मा दा मखौल उडाया। महात्मा नूं फिर टिचकर कीती। उस महात्मा नूं गुस्सा तां आ रिहा सी पर वो शांत स्वरूप सन। अपना गुस्सा विचे विच पी गया। वो महाराज सतगुरां कोलों पुछण लगा, महाराज वो विष्णु कौन है जो प्रातःकाल आपके दर्शन के लिए आते हैं? छोड़िए इन बातों को महाराज। आपने गीता तो पढ़ी होगी। चौथे अध्याय में लिखा है कि भगवान हर युग में सृष्टि को तारने के लिए अवतार लेते हैं। सो कलयुग में गुरु नानक अवतार हुए हैं जो कलयुगी जीवों का उद्धार करने के लिए आए हैं। जैसे हर युग का अवतार माना जाता है, कलयुग में उनका ही पहरा है और उनका दर्शन करने के लिए कई देवी देवते और श्रद्धालु आते हैं। सतगुरां दे बचन उस महात्मा नूं रता कौड़े लगे। वो विचे विच औखा ते हो रहा सी पर मूँहों कुछ ना बोलिया। सुथरा ये गल ताड़ गया कि क्रोध की भट्ठी गर्म हो रही आ। इनू गुरु हरगोबिंद साहब की गल चंगी नहीं लगी क्योंकि गुरु हरगोबिंद साहब ने कह दिता भी गुरु नानक साहब तो कलयुग के अवतार ने, उन्हों के दर्शन दीदारे करने वास्ते देवियां देवते आउंदे ने। महात्मा नूं ये गल चंगी नहीं लगी। सतगुरां दे ये बचन उस महात्मा नूं रता कौड़े लगे। वो विचे विच औखा तो हो रहा सी पर मूँहों कुछ ना बोलिया। सुथरा ये गल ताड़ गया कि क्रोध की भट्ठी गर्म हो रही आ। रता झल मारन नाल ये चंगी तरह भख जाएगी। सो हुण फिर महात्मा दे मूँह वल वेख के रता खंघिया। जिवें जिवें कोई बंदा गल सुनावे, जिदा कोई बंदा गप सुनाउंदा होवे कोई, तो आपां इस तरह करते हैं तो इशारा करते हैं भी भाई तू झूठ बोल रहा वा, अगला बंदा ताड़ जाता। सुथरा शाह महात्मा दे मूँह वल वेख के रता खंघिया। वो महात्मा सुथरे वल वेखण लगा। सुथरे ने सज्जे हथ दियां 5 उंगलों नूं इस तरह हिलाया जिवें उंगलों नाल अग नूं फरोलीदा है। सुथरे दा हथ हिलदा वेख के महात्मा दे अंदर क्रोध दे भांबड़े मच गए ते शांत स्वरूप महात्मा जी गालां कढ़न लग पे। सुथरा हुण बंद करके सतगुरां दे पिछे खड़ा चौर कर रहा सी, जिवें उसनूं कुछ पता ही नहीं हुंदा कि उत्थे की हो रहा सी। ते जिहड़ा महात्मा सी वो गालां कढ़ रहा सी। साहब श्री गुरु हरगोबिंद जी कदे उस महात्मा वल देख रहे सन ते कदे सुथरे वल। ये कौतक देख के सतगुरां ने पूछया, महाराज क्या बात है, आप इतने क्रोध में आ गए हैं? इस बदमाश से पूछो जे हमको मखौल करता है। महात्मा ने कहा, सतगुरां ने कहा, सुथरिया ये महात्मा जी की कहते हैं? सच्चे पातशाह जी ये शांत स्वरूप महात्मा जी तुहाडे नाल ज्ञान गोष्ठ कर रहे हैं। मैनू तो कोई समझ नहीं आती
ਵੀ ਤੁਸੀਂ ਦੋਵੇਂ ਜਣੇ ਆਪਸ 'ਚ ਕੀ ਗੱਲਾਂ ਬਾਤਾਂ ਕਰਦੇ ਹੋ। ਇਸ ਲਈ ਮੈਂ ਅੱਖਾਂ ਬੰਦ ਕਰਕੇ ਚੁੱਪ ਕੀਤਾ ਖੜਾ ਹਾਂ। ਸੁਥਰੇ ਨੇ ਕਿਹਾ, ਕਹਿੰਦਾ ਜੀ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ। ਸੁਥਰੇ ਦੇ ਇਹ ਬਚਨ ਸੁਣ ਕੇ ਮਹਾਤਮਾ ਨੂੰ ਹੋਰ ਅੱਗ ਲੱਗੀ ਤੇ ਕਿਹਾ, ਅਰੇ ਜੇ ਕਿਆ ਬਕਤਾ ਹੈ, महात्मा लोगों का निरादर करके फिर ऐसी बातें बनाता है। महाराज बात क्या है, कुछ हमें भी बताओ कि हुआ क्या है। सतगुरा ने पूछा, इस बदमाश से पूछो, जय तो कोई चंडाल है जो महात्मा लोगों का निरादर करता है। महात्मा ने फिर किया, क्यों बई सुथरिया की गल होई है, तू महात्मा जी नूं इस तरह नाराज़ कर छड्डिया है। सतगुरां ने फरमाया, महाराज घट घट दे जाननहार पातशाह मेरे वर्गे गरीब नाल किसे ने नाराज़ क्यों होना सी। महात्मा जी दे हजूर नाल ही ज्ञान गोष्ठ कर रहे सन। हाँ इन्नी गल जरूर होई कि जदों हजूर ने इन्हां दा नां पुछया सी ਤਾਂ ਇਹਨਾਂ ਨੇ ਦੱਸਿਆ ਸੀ ਕਿ ਲੋਕ ਹਮੇं ਸ਼ਾਂਤ ਸਰੂਪ ਬਲਖੰਡੀ ਮਹਾਤਮਾ ਕਹਤੇ ਹੈ। ਉਸ ਵੇਲੇ ਮੈਨੂੰ ਕੁਝ ਸ਼ੱਕ ਪਿਆ ਕਿ ਇਹਨਾਂ ਦੇ ਅੰਦਰ ਤਾਂ ਕ੍ਰੋਧ ਦੀ ਜਵਾਲਾ ਬਲ ਰਹੀ ਹੈ। ਇਹ ਸ਼ਾਂਤ ਸਰੂਪ ਕਿਸ ਤਰ੍ਹਾਂ ਹੋਏ। ਮੈਨੂੰ ਇਹਨਾਂ ਦੇ ਅੰਦਰ ਦੀ ਅੱਗ ਨਜ਼ਰ ਆਈ। ਮੈਂ ਹਜ਼ੂਰ ਤੋਂ ਅੱਖ ਬਚਾ ਕੇ ਇੱਕ ਉਂਗਲ ਨਾਲ ਰਤਾ ਦੱਬੀ ਹੋਈ ਧੂਣੀ ਨੂੰ ਛੇੜਿਆ ਤੇ ਮੈਨੂੰ ਸੇਕ ਜਿਹਾ ਲੱਗਾ। ਫਿਰ ਮੈਂ ਦੋ ਉਂਗਲਾਂ ਨਾਲ ਛੇੜਿਆ ਤਾਂ ਭਾਂਬੜ ਮੱਚ ਪਿਆ। ਦੱਸੋ ਮੇਰੇ ਪਾਤਸ਼ਾਹ ਜੀ ਇਸ ਵਿੱਚ ਮੇਰਾ ਕੀ ਕਸੂਰ। ਸੋਢੀ ਸੁਲਤਾਨ ਰਤਾ ਮੁਸਕਰਾਏ ਤੇ ਉਹ ਸੰਨਿਆਸੀ ਆਪਣੀ ਚਿੱਪੀ ਤੇ ਬੈਰਾਗਣ ਚੁੱਕ ਕੇ ਚੁੱਪ ਕੀਤਾ ਖਿਸਕਦਾ ਹੋਇਆ। ਭਾਵੇਂ ਸਤਿਗੁਰਾਂ ਨੇ ਸਤਿਕਾਰ ਨਾਲ ਆਵਾਜ਼ਾਂ ਵੀ ਮਾਰੀਆਂ ਪਰ ਉਹ ਨਾ ਰੁਕਿਆ। ਗੁਰੂ ਸਾਹਿਬ ਉਹਨੂੰ ਪਿਆਰ ਨਾਲ ਕਹਿੰਦੇ ਰਹੇ ਵੀ ਮਹਾਰਾਜ ਆ ਜਾਓ, ਤੁਸੀਂ ਇੰਨੀ ਦੂਰੋਂ ਆਏ ਜੇ, ਉੱਤਰਾਖੰਡ ਤੋਂ ਆਏ ਹੋ। ਨਾਲੇ ਆਪਾਂ ਤੇ ਬੈਠੇ ਗਿਆਨ ਚਰਚਾ ਕਰਦੇ ਪਏ ਸੀ। ਪਰ ਹੁਣ ਜਿਹੜਾ ਉਹ ਸਾਧ ਸੰਗਤ ਜੀ ਸ਼ਾਂਤ ਸਰੂਪ ਮਹਾਤਮਾ ਸੀ ਨਾ, ਉਹਦੇ ਵਿੱਚ ਕੋਈ ਸ਼ਾਂਤੀ ਨਾਮ ਦੀ ਚੀਜ਼ ਰਹੀ ਨਹੀਂ ਸੀ। ਭਾਈ ਸੁਥਰੇ ਸ਼ਾਹ ਨੇ ਬਸ ਉਹਦੇ ਵੱਲ ਵੇਖ ਕੇ ਕੋਈ 3 ਵਾਰੀ ਇਸ਼ਾਰੇ ਕੀਤੇ ਸੀ, ਉਹਨੂੰ ਮਖੌਲ ਹੀ ਕੀਤਾ ਸੀ। ਉਹਦੇ ਅੰਦਰ ਦੀ ਅੱਗ ਬਲ ਪਈ ਸੀ। ਉਹ ਸੁਥਰੇ ਸ਼ਾਹ ਨੂੰ ਗਾਲਾਂ ਕੱਢਣ ਲੱਗ ਪਿਆ ਸੀ। ਵਿਚਾਰ ਤੇ ਜਿੱਥੇ ਕ੍ਰੋਧ ਆ ਜਾਵੇ ਉੱਥੇ ਵਿਚਾਰ ਚਰਚਾ ਫਿਰ ਕੀ ਚੱਲਣੀ ਹੋਈ। ਉਹ ਆਪਣੀ ਚਿੱਪੀ ਚੁੱਕ ਕੇ ਉੱਥੋਂ ਦੌੜਦਾ ਬਣਿਆ। ਗੁਰੂ ਹਰਗੋਬਿੰਦ ਸਾਹਿਬ ਜੀ ਉਹਨੂੰ ਆਵਾਜ਼ਾਂ ਹੀ ਮਾਰਦੇ ਰਹਿ ਗਏ। ਇਸ ਸਾਖੀ ਤੋਂ ਸਾਨੂੰ ਇਹ ਸਾਧ ਸੰਗਤ ਜੀ ਸਿੱਖਿਆ ਮਿਲਦੀ ਆ ਕਿ ਬਹੁਤੀ ਵਾਰੀ ਅਸੀਂ ਧਰਮ ਦੇ ਨਾਮ ਦੇ ਉੱਤੇ ਭੇਸ ਹੀ ਜਿਹੜਾ ਉਹ ਧਾਰਨ ਕੀਤਾ ਹੁੰਦਾ। ਕੱਪੜੇ ਅਸੀਂ ਧਰਮੀਆਂ ਵਾਲੇ ਪਾਏ ਹੁੰਦੇ ਨੇ ਜਾਂ ਬਾਹਰੋਂ ਅਸੀਂ ਵੇਖਣ ਨੂੰ ਹੀ ਲੱਗਦੇ ਆ ਵੀ ਬੜੇ ਧਰਮੀ ਅਸੀਂ, ਪਰ ਅੰਦਰ ਸਾਡੇ ਜਿਹੜੇ ਵਿਕਾਰ ਛੁਪੇ ਹੁੰਦੇ ਨੇ। ਨਾਮ ਸਾਡਾ ਕੋਈ ਹੋਰ ਹੁੰਦਾ ਵਾ ਅਤੇ ਕੰਮ ਸਾਡੇ ਕਿਸੇ ਹੋਰ ਤਰ੍ਹਾਂ ਦੇ ਹੁੰਦੇ ਨੇ। ਜਿਵੇਂ ਮੈਂ ਤੁਹਾਨੂੰ ਇੱਕ ਦਿਨ ਸੁਣਾਇਆ ਸੀ ਵੀ ਸਾਡੇ ਪਿੰਡ ਇੱਕ ਬੰਦਾ ਹੁੰਦਾ ਸੀ, ਉਹਦਾ ਨਾਮ ਸੀ ਕਰਤਾਰ ਸਿੰਘ ਅਤੇ ਉਹਨੂੰ ਲੋਕ ਕਹਿੰਦੇ ਹੁੰਦੇ ਸੀ ਭਗਤ, ਕਹਿੰਦੇ ਹੁੰਦੇ ਸੀ ਕਰਤਾਰ ਭਗਤ। ਅਗਰ ਕਿਤੇ ਉਹਨੇ ਬੈਠੇ ਰਿਹਾ ਕਰਨਾ ਖੁੱਲ੍ਹੇ ਜਿਹੇ ਥਾਂ 'ਤੇ ਪਿੰਡ ਦੇ ਵਿੱਚ ਇੱਕ ਗੁਰਦੁਆਰੇ ਦੀ ਕੰਧ ਨਾਲ ਲੱਗ ਕੇ ਬੈਠੇ ਰਿਹਾ ਕਰਨਾ ਅਤੇ ਲੋਕਾਂ ਨੂੰ ਜਿਹਨੂੰ ਲੋੜ ਹੋਣੀ ਅਤੇ ਲੋਕਾਂ ਨੇ ਉਹਦੇ ਕੋਲੋਂ ਕੰਮ ਧੰਦਾ ਕਰਵਾ ਲਿਆ ਕਰਨਾ। ਕਿਸੇ ਨੇ ਉਹਨੂੰ ਸ਼ਰਾਬ ਪਿਆ ਦਿਆ ਕਰਨੀ, ਉਹਦੇ ਕੋਲੋਂ ਕੰਮ ਕਰਵਾ ਲਿਆ ਕਰਨਾ। ਉਹਨੇ ਕਦੇ ਇਸ਼ਨਾਨ ਕਰਨਾ, ਬਸ ਬੈਠੇ ਰਹਿਣਾ, ਨਾ ਕਦੇ ਸਿਰ ਵਾਹੁਣਾ ਅਤੇ ਮਾੜਾ ਮੋਟਾ ਕੰਮ ਧੰਦਾ ਕਰ ਛੱਡਣਾ। ਸ਼ਰਾਬ ਉਹਨੇ ਪੀ ਲੈਣੀ ਅਤੇ ਲੋਕਾਂ ਨੇ ਜੇ ਕਿਸੇ ਨੇ ਸ਼ਰਾਬ ਪੀਣੀ ਉਹਨੇ ਕਹਿਣਾ ਵੀ ਚਲੋ ਕਰਤਾਰ ਨੂੰ ਵੀ ਪਿਆਓ। ਲੋਕ ਕਹਿੰਦੇ ਇਹ ਭਗਤ ਆ, ਉਹਨੂੰ ਲੋਕ ਭਗਤ ਕਹਿੰਦੇ ਹੁੰਦੇ ਸੀ। ਸਾਡੇ ਸਮਾਜ ਵਿੱਚ ਭਗਤ ਦੀ ਡੈਫੀਨੇਸ਼ਨ, ਭਗਤ ਦੀ ਪਰਿਭਾਸ਼ਾ ਇਹ ਆ ਜਿਹੜਾ ਨਹਾਉਂਦਾ ਹੀ ਨਾ ਹੋਵੇ ਉਹਨੂੰ ਵੀ ਲੋਕ ਭਗਤ ਕਹਿੰਦੇ। ਜਿਹੜਾ ਸ਼ਰਾਬ ਪੀਂਦਾ ਹੋਵੇ ਉਹਨੂੰ ਵੀ ਲੋਕ ਭਗਤ ਕਹਿੰਦੇ ਆ। ਜਿਹੜਾ 8-10 ਬੀੜੀਆਂ ਇਕੱਠੀਆਂ ਕਰਕੇ ਅਤੇ ਉਹਦੇ 'ਤੇ ਰਬੜ ਪਾ ਕੇ ਇਕੱਠੀਆਂ ਪੀ ਜਾਂਦਾ ਹੋਵੇ ਉਹਨੂੰ ਲੋਕ ਫਕੀਰ ਕਹਿੰਦੇ। ਫਕੀਰ ਆ, ਇਹ ਆਪਣੀ ਮੌਜ 'ਚ ਹੀ ਰਹਿੰਦੇ ਆ। ਆਹ ਚੰਗੀ ਮੌਜ ਆ ਵੀ ਸਿਗਰਟਾਂ ਪੀ ਪੀ ਕੇ ਨਾਲੇ ਆਪਣਾ ਅੰਦਰ ਸਾੜਦਾ ਪਿਆ
ਤੇ ਨਾਲੇ ਆਪਣੇ ਭਗਤਾਂ ਦਾ। ਇਹੋ ਜਿਹਿਆਂ ਨੂੰ ਲੋਕੀ ਜਿਹੜਾ ਉਹ ਫਕੀਰ ਤੇ ਭਗਤ ਮੰਨੀ ਬੈਠੇ। ਇਸ ਵਾਸਤੇ ਕਈ ਵਾਰੀ ਨਾਮ ਕੁਝ ਹੋਰ ਹੁੰਦਾ ਤੇ ਕੰਮ ਆਤ ਦੇ ਗਿਰੇ ਹੁੰਦੇ ਨੇ। ਜਿਵੇਂ ਦੇ ਇਸ ਸੰਨਿਆਸੀ ਦੇ ਸਨ, ਸਾਨੂੰ ਚਾਹੀਦਾ ਵੀ ਜਿੰਨਾ ਸਾਡੇ ਘਰ ਵਾਲਿਆਂ ਨੇ ਬੜੇ ਪਿਆਰ ਨਾਲ ਸੋਚ ਸਮਝ ਕੇ ਸਾਡਾ ਨਾਮ ਰੱਖਿਆ ਹੁੰਦਾ ਵਾ, ਅਸੀਂ ਉੱਦਾਂ ਦੇ ਕੰਮ ਵੀ ਕਰੀਏ। ਜੇ ਘਰ ਵਾਲੇ ਨਾਮ ਰੱਖਦੇ ਨੇ ਗੁਰਮੁਖ ਸਿੰਘ, ਤੇ ਫਿਰ ਸਾਨੂੰ ਗੁਰਮੁਖਾਂ ਵਾਲੇ ਕੰਮ ਵੀ ਕਰਨੇ ਚਾਹੀਦੇ ਆ। ਜਿੱਦਾਂ ਦਾ ਸਾਡਾ ਨਾਮ ਉੱਦਾਂ ਦੇ ਸਾਡੇ ਕਰਮ ਹੋਣੇ ਚਾਹੀਦੇ ਨੇ। ਇਹ ਨਾ ਹੋਵੇ ਵੀ ਜਿਹੜੀ ਆ ਬੋਰਡ ਆ ਜਿਹੜਾ ਉਹ ਲੱਗਿਆ ਹੋਵੇ ਵੀ ਇਹ ਜੀ ਜਵੈਲਰੀ ਦੀ ਦੁਕਾਨ ਆ, ਇੱਥੇ 24 ਕੈਰਟ ਦਾ ਸੋਨਾ ਮਿਲਦਾ ਤੇ ਦੁਕਾਨ ਦੇ ਵਿੱਚ ਆਰਟੀਫਿਸ਼ੀਅਲ ਗਹਿਣੇ ਮਿਲਦੇ ਹੋਣ, ਉੱਥੇ ਨਕਲੀ ਗਹਿਣੇ ਮਿਲਦੇ ਹੋਣ, ਅਸਲੀ ਉੱਥੇ ਹੋਣ ਹੀ ਨਾ, ਉਹਦੇ ਨਾਲ ਵੀ ਜਿਹੜਾ ਉਹ ਭੈੜਾ ਲੱਗਦਾ। ਤੋ ਇਹੋ ਜਿਹੇ ਵੀ ਦੰਭੀ ਪਖੰਡੀ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਰਹੇ ਨੇ, ਜਿਹੜੇ ਗੁਰੂ ਸਾਹਿਬ ਨੂੰ ਹੀ ਪ੍ਰਸ਼ਾਦ ਦੇਣ ਦੀ ਕੋਸ਼ਿਸ਼ ਕਰਦੇ ਰਹੇ ਆ। ਸੁਥਰੇ ਸ਼ਾਹ ਨੇ ਕਿਹਾ ਵੀ ਫੁੱਲ ਮੈਨੂੰ ਦੇ ਦਿਓ, ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਰੱਖ ਦਿੰਦਾ। ਉਹ ਕਹਿੰਦਾ ਚਰਨਾਂ 'ਚ? ਇਹ ਤਾਂ ਵਿਸ਼ਨੂੰ ਦੇ ਮੰਦਰ ਦੇ ਫੁੱਲ ਮੈਂ ਲੈ ਕੇ ਆਇਆ ਵਾਂ, ਇਹ ਚਰਨਾਂ 'ਚ ਨਹੀਂ ਰੱਖੀ ਦੇ। ਸੁਥਰੇ ਸ਼ਾਹ ਨੇ ਕਿਹਾ ਇੱਥੇ ਤਾਂ ਵਿਸ਼ਨੂੰ ਇਤਿਆਦਿ ਆਣ ਕੇ ਆਪ ਸਾਰੇ ਖੁਦ ਸਵੇਰੇ ਫੁੱਲ ਚੜ੍ਹਾ ਕੇ ਜਾਂਦੇ। ਮਹਾਰਾਜ ਸਭ ਤੋਂ ਵੱਡੇ ਹੁੰਦੇ ਨੇ। ਇਸ ਵਾਸਤੇ ਕਈ ਤਰ੍ਹਾਂ ਦੇ ਦੰਭੀਆਂ, ਪਖੰਡੀਆਂ, ਸੰਨਿਆਸੀਆਂ, ਮਹਾਤਮਾ, ਜੋਗੀਆਂ, ਪੀਰਾਂ, ਫਕੀਰਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਾਹ ਪੈਂਦਾ ਰਿਹਾ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣਾ ਪਾਜ ਉਗੜਵਾ ਕੇ ਉੱਠ ਕੇ ਚਲੇ ਜਾਂਦੇ ਰਹੇ। ਤੋ ਅੱਜ ਦੇ ਵਕਤ ਇਤਨੀਆਂ ਸਾਧ ਸੰਗਤ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਸੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।